ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਹਾਂ ਜੀ। ਪੰਜਾਬ ਅਤੇ ਸਾਡੇ ਦੇਸ਼ ਨਾਲ ਜੁੜੀਆਂ ਖਾਸ ਖਬਰਾਂ ਤੇ ਅਕਸਰ ਚਰਚਾ ਕਰਦੇ ਹਾਂ। ਅੱਜ ਇੱਕ ਵਾਰ ਫਿਰ ਤੋਂ ਚਰਚਾ ਸ਼ੁਰੂ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਇਸ ਚਰਚਾ ਲਈ ਮੌਜੂਦ ਨੇ ਜੀ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ जी। सो खास खबरों की गल करिए तो साबका मंत्री भरत भूषण आशू जो ने क्यों हाईकोर्ट की शरण विच गए ने, विस्तार विच जानकारी डल्ला जी तो जरूर लवांगे। जिन्हां विधायकों ने सरकारी फ्लैट हले तक नहीं छड्डे, की कार्रवाई उन्हां ते हो सकदी है? नाल दी नाल मंत्रिमंडल दे विस्तार नूं लैके आम आदमी पार्टी चिंता विच क्यों है ते संगरूर जिमनी चोणां नूं लैके किस तरह दीयां मुश्किलां किहड़ी पार्टी नूं दरपेश आ रही ने, उस उपर भी चर्चा करांगे। सो डल्ला जी, सब तो पहला गल करना चाहांगे साबका मंत्री भरत भूषण आशू नूं लैके जो हाईकोर्ट दी शरण विच ने भ्रिष्टाचार केस विचों शिकायत दी सही जांच दी मांग करन लई हाईकोर्ट पहुंचे ने। की पूरा मामला है, किस तरीके नाल देख रहे हो? देखो, पिछले 2-3 दिनों तो ये मामला खूब चर्चित है। फूड एंड सिविल सप्लाई महकमे दे विच टेंडर दिते जांदे ने कणक दी खरीदो फरोख्त तो बाद उहदी ढोआ ढुआई, उहदी साम संभाल ते उहनूं भेजना, लिफ्टिंग करनी, और इल्जाम ये लगे ने कैप्टन अमरिंदर ਦੀ सरकार ਵੇਲੇ ਹੀ ਇਹ ਇਲਜ਼ਾਮ ਲੱਗ ਰਹੇ ਸੀ। बहुत सारे ਜਿਹੜੇ ਠੇਕੇਦਾਰ ਸੀ, बहुत सारे ਜਿਹੜੇ ਮਜ਼ਦੂਰ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ ਟੈਂਡਰ ਪ੍ਰਕਿਰਿਆ ਸਹੀ ਨਹੀਂ ਹੋਈ, ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਨਹੀਂ ਹੋਈ, ਔਰ ਟੈਂਡਰ ਪ੍ਰਕਿਰਿਆ ਦੇ ਵਿੱਚ ਪਿਛਲੀ ਸਰਕਾਰ ਨੇ ਕਈ ਥਾਵਾਂ ਤੇ ਆਪਣੇ ਚਹੇਤਿਆਂ ਨੂੰ ਟੈਂਡਰ ਦਵਾਏ। ਇਹ ਸ਼ਿਕਾਇਤ ਸੀ। ਇਹ ਪਿਛਲੇ ਸਾਲ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਉਦੋਂ ਵੀ ਇਹ ਸ਼ਿਕਾਇਤਾਂ ਆਈਆਂ, ਤੇ ਉਸ ਤੋਂ ਬਾਅਦ ਜਦੋਂ ਚਰਨਜੀਤ ਚੰਨੀ ਆ ਗਏ ਉਦੋਂ ਵੀ ਸ਼ਿਕਾਇਤਕਰਤਾ ਸ਼ਿਕਾਇਤਾਂ ਲੈ ਕੇ ਜਾਂਦੇ ਸੀ, ਪਰ ਉਹਨਾਂ ਦੀ ਗੱਲ ਨਹੀਂ ਸੀ ਸੁਣੀ ਜਾ ਰਹੀ, ਉਹਨਾਂ ਦਾ ਇਹ ਕਹਿਣਾ। ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਹ ਵਿਜੀਲੈਂਸ ਬਿਊਰੋ ਵੀ ਗਏ, ਮੁੱਖ ਮੰਤਰੀ ਕੋ ਵੀ ਗਏ, ਫੂਡ ਐਂਡ ਸਿਵਲ ਸਪਲਾਈ ਮੰਤਰੀ ਕੋਲੇ ਵੀ ਗਏ, ਤੇ ਹੁਣ ਪਤਾ ਇਹ ਲੱਗਿਆ ਕਿ ਵਿਜੀਲੈਂਸ ਬਿਊਰੋ ਨੇ ਉਹ ਸ਼ਿਕਾਇਤ ਹੈ ਜਿਹੜੀ ਉਹ ਆਪਣੇ ਦਫ਼ਤਰ ਦੇ ਵਿੱਚ ਲੈ ਲਈ ਹੈ। ਤੇ ਕਿਤੇ ਨਾ ਕਿਤੇ ਉਸ ਸ਼ਿਕਾਇਤ ਤੇ ਹਜੇ ਐਲਾਨ ਤਾਂ ਨਹੀਂ ਕੀਤਾ ਗਿਆ ਮੇਰੀ ਜਾਣਕਾਰੀ ਦੇ ਮੁਤਾਬਕ, ਲੇਕਿਨ ਕਹਿੰਦੇ ਕਿ ਉਸ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਬਿਊਰੋ ਨੇ। ਵਿਜੀਲੈਂਸ ਬਿਊਰੋ ਪੜਤਾਲ ਕਰਨ ਲੱਗ ਗਈ ਉਸ ਸ਼ਿਕਾਇਤ ਨੂੰ ਕਿ ਸ਼ਿਕਾਇਤ ਦਾ ਆਧਾਰ ਕੀ ਹੈ, ਕਿਸ ਕਿਸ ਨੂੰ ਬੁਲਾਇਆ ਜਾ ਸਕਦਾ ਹੈ, ਕਿਸ ਤਰ੍ਹਾਂ ਦੇ ਇਲਜ਼ਾਮ ਨੇ, ਨੇਚਰ ਆਫ ਐਲੀਗੇਸ਼ਨਸ ਕੀ ਹੈ, ਕੀ ਉਹਦੇ ਨਾਲ ਸੂਬੇ ਦੇ ਟੈਂਡਰ ਪ੍ਰਕਿਰਿਆ ਦੇ ਨਾਲ ਸੂਬੇ ਦੇ ਖਜ਼ਾਨੇ ਤੇ ਫਰਕ ਪਿਆ, ਕੀ ਕੋਈ ਕਰਪਸ਼ਨ ਹੋਈ। ਇਹ ਸਾਰੇ ਪੁਆਇੰਟਸ ਤੇ ਉਹਨਾਂ ਨੇ ਓਪੀਨੀਅਨ ਕਲੈਕਸ਼ਨ ਸ਼ੁਰੂ ਕਰਤੀ ਹੈ ਵਿਜੀਲੈਂਸ ਬਿਊਰੋ ਦੇ ਆਫਿਸਰਸ ਨੇ। ਇਹ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ, ਔਰ ਇਹ ਖਬਰ ਕਿਉਂਕਿ ਕਈ ਚੈਨਲਾਂ ਦੇ ਉੱਤੇ ਵੀ ਆਈ, ਅਖਬਾਰਾਂ, ਸੋਸ਼ਲ ਮੀਡੀਆ ਦੇ ਵਿੱਚ ਜਦੋਂ ਇਹ ਖਬਰ ਸੁਰਖੀ ਬਣੀ ਕਿ ਵਿਜੀਲੈਂਸ ਬਿਊਰੋ ਧਿਆਨ ਕੇਂਦਰਿਤ ਕਰ ਰਹੀ ਹੈ ਇਸ ਮਾਮਲੇ ਤੇ ਫਿਰ ਜਿਹੜੇ ਸਾਬਕਾ ਸਰਕਾਰ, ਪਿਛਲੀ ਸਰਕਾਰ ਦੇ ਜਿਹੜੇ ਸਾਬਕਾ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਬਾਰੇ ਇਹ ਗੱਲ ਮੀਡੀਆ ਦੇ ਵਿੱਚ ਆ ਗਈ ਕਿ ਉਹ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਚਲੇ ਗਏ ਨੇ। ਨਿਸ਼ਚਿਤ ਤੌਰ ਤੇ ਹਰ ਕਿਸੇ ਦਾ ਹੱਕ ਹੈ, ਅਗਰ ਕਿਸੇ ਵੀ ਮਹਿਕਮੇ ਦੀ ਕੋਈ ਜਾਂਚ ਹੁੰਦੀ ਹੈ, ਇਹ ਉਂਝ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੀਆਂ ਜਾਂਚਾਂ ਨੇ ਜਿਹੜੀਆਂ ਇਹ ਬੜੀ ਸਧਾਰਨ ਪ੍ਰਕਿਰਿਆ ਹੋਣੀ ਚਾਹੀਦੀ ਹੈ। ਸੋ ਭਾਰਤ ਭੂਸ਼ਣ ਆਸ਼ੂ ਜੀ ਹਾਈ ਕੋਰਟ ਗਏ ਨੇ ਵੀ ਅਗਰ ਕੋਈ ਅਜਿਹੀ ਜਾਂਚ ਹੋ ਰਹੀ ਹੈ ਤੇ ਮੇਰੀ ਗੱਲ ਵੀ ਉਹਦੇ 'ਚ ਸੁਣੀ ਜਾਵੇ, ਨਿਰਪੱਖਤਾ ਦੇ ਨਾਲ ਜਾਂਚ ਹੋਵੇ, ਕੋਈ ਪੋਲੀਟੀਕਲ ਰੰਜਿਸ਼ ਦੇ ਤੌਰ ਦੇ ਉੱਤੇ ਜਾਂਚ ਨਾ ਹੋਵੇ, ਔਰ ਜਿਵੇਂ ਆਮ ਤੌਰ ਤੇ ਬਹੁਤ ਸਾਰੇ ਲੀਡਰਾਂ ਨੂੰ ਲੱਗਦਾ ਹੈ ਵੀ ਕਿਤੇ ਪੋਲੀਟੀਕਲ ਮੋਟੀਵੇਟਡ ਗ੍ਰਿਫਤਾਰੀ ਨਾ ਹੋਵੇ, ਸਿਆਸੀਕਰਨ ਨਾ ਹੋਵੇ, ਤੇ ਇਸ ਕਰਕੇ ਰਿਲੀਫ ਹੈ ਜਿਹੜਾ ਉਹ ਕੋਈ ਵੀ ਵਿਅਕਤੀ ਮੰਗ ਸਕਦਾ ਹੈ ਅਦਾਲਤਾਂ ਦੇ ਵਿੱਚ। ਇਸੇ ਤਰ੍ਹਾਂ ਭਾਰਤ ਭੂਸ਼ਣ ਆਸ਼ੂ ਬਾਰੇ ਅਖਬਾਰਾਂ ਦੇ ਵਿੱਚ, ਟੀਵੀਆਂ ਦੇ ਵਿੱਚ ਖਬਰ ਹੈ, ਵੈਬਸਾਈਟਾਂ ਤੇ, ਕਿ ਉਹ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ ਆਪਣੇ ਐਡਵੋਕੇਟਸ ਦੇ ਜ਼ਰੀਏ, ਤੇ ਉਹਨਾਂ ਨੇ ਵੀ ਹਾਈ ਕੋਰਟ ਤੋਂ ਜਿਹੜੀ ਹੈ ਆਪਣੀ ਗੱਲ ਉਹਨਾਂ ਨੇ ਸਬਮਿਟ ਕੀਤੀ ਹੈ। ਹਜੇ ਇਹਦੀ ਸੁਣਵਾਈ ਦਾ ਨਹੀਂ ਮੈਨੂੰ ਪਤਾ, ਹੋ ਸਕਦਾ ਇਹਦੇ ਤੇ ਅੱਜ ਜਾਂ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੋਈ ਸੁਣਵਾਈ ਹੋਵੇ ਤੇ ਫਿਰ ਹਾਈ ਕੋਰਟ ਕੀ ਦਿਸ਼ਾ ਨਿਰਦੇਸ਼ ਦਿੰਦੀ ਹੈ ਵਿਜੀਲੈਂਸ ਬਿਊਰੋ ਨੂੰ, ਫਿਰ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਏਗੀ। ਪਰ ਵਿਜੀਲੈਂਸ ਬਿਊਰੋ ਇਸ ਮਾਮਲੇ ਦੇ ਵਿੱਚ ਅਗਰ ਜਾਂਚ ਕਰ ਰਹੀ ਹੈ ਤੇ ਇਹ ਮਾਮਲਾ ਬਹੁਤ ਵੱਡਾ ਹੈ। ਹਜੇ ਤੱਕ ਵਿਜੀਲੈਂਸ ਬਿਊਰੋ ਵੱਲੋਂ ਅਫੀਸ਼ੀਅਲ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਬਿਆਨ ਜਾਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੋਵੇ ਕਿ ਇਹ ਜਾਂਚ ਹੈ ਜਿਹੜੀ ਇਹ ਕਿਸ ਦਿਸ਼ਾ 'ਚ ਹੈ ਜਾਂ ਮੂਲ ਰੂਪ ਦੇ ਵਿੱਚ ਜਾਂਚ ਦਾ ਉਦੇਸ਼ ਕੀ ਹੈ। ਪਰ ਕਿਉਂਕਿ ਕੁਝ ਲੋਕ ਜਿਹੜੇ ਸ਼ਿਕਾਇਤ ਦੇ ਕੇ ਆਏ ਸੀ ਉਹਨਾਂ ਦਾ ਇਹ ਦਾਅਵਾ ਹੈ ਕਿ ਸਾਡੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੇ ਮਨਜ਼ੂਰ ਕਰ ਲਈ ਹੈ ਤੇ ਹੁਣ ਵਿਜੀਲੈਂਸ ਬਿਊਰੋ ਇਹਦੀ ਜਾਂਚ ਕਰ ਰਹੀ ਹੈ। ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕਾਫੀ ਕੁਝ ਸਾਫ਼ ਹੋਏਗਾ। ਹਰਜੋਤ ਜੀ।
ਜੀ, ਬਿਲਕੁਲ ਸਹੀ ਕਿਹਾ ਤੁਸੀਂ ਤੇ ਡੱਲਾ ਜੀ ਅੱਗੋਂ ਖਬਰਾਂ ਇਹ ਵੀ ਨੇ ਕਿ ਜੋ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਜੋ ਹੈ ਚੋਣਾਂ ਤੋਂ ਬਾਅਦ ਹੋਏਗਾ, ਪਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸਾਡੀ ਪੰਜਾਬ ਸਰਕਾਰ ਹੈ ਦੁਚਿੱਤੀ ਵਿੱਚ ਵੀ ਹੈ, ਦਾਅਵੇਦਾਰ ਬਹੁਤ ਨੇ ਕਿ ਕਿਹੜੇ ਚਿਹਰੇ ਸ਼ਾਮਿਲ ਕੀਤੇ ਜਾਣ, ਕਿਹੜੇ ਚਿਹਰਿਆਂ ਨੂੰ ਛੱਡਿਆ ਜਾਵੇ। ਕੀ ਕਿਆਸ ਲੱਗ ਸਕਦੇ ਨੇ, ਕੀ ਅੰਦਾਜ਼ੇ ਲੱਗ ਰਹੇ ਨੇ ਡੱਲਾ ਜੀ ਕਿ ਕੌਣ ਜੋ ਹੈ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਆਪਣੇ ਚਿਹਰੇ ਦੀ ਨਾਲ ਆਪਣੀ ਪਛਾਣ ਬਣਾਏਗਾ? ਦੇਖੋ, ਇਹ ਸਭ ਤੋਂ ਔਖਾ ਸਵਾਲ ਹੈ ਅੱਜ ਦੇ ਦਿਨ ਦਾ ਕਿ ਨਵੇਂ ਮੰਤਰੀ ਕਿਹੜੇ ਹੋਣਗੇ, ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਜਸ਼ੈਲੀ ਹੈ ਉਹ ਰਵਾਇਤੀ ਪਾਰਟੀਆਂ ਨਾਲੋਂ ਵੱਖਰੀ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ ਨੇ ਜਿਹੜੇ ਮੰਤਰੀ ਬਣਾਏ, ਭਗਵੰਤ ਮਾਨ ਤਾਂ ਤਜਰਬੇਕਾਰ ਸੀ, ਹਰਪਾਲ ਚੀਮਾ ਜੀ ਵਿਰੋਧੀ ਧਿਰ ਦੇ ਲੀਡਰ ਸੀ, ਉਸ ਤੋਂ ਇਲਾਵਾ ਜਿਹੜੇ ਆਮ ਆਦਮੀ ਪਾਰਟੀ ਦੇ ਕਈ ਸਥਾਪਿਤ ਲੀਡਰ ਸੀ ਸਾਬਕਾ ਵਿਧਾਇਕ ਦੇ ਰੂਪ ਦੇ ਵਿੱਚ। ਹਾਲਾਂਕਿ ਹਰਜੋਤ ਬੈਂਸ ਪਿਛਲੀ ਵਾਰੀ ਨਹੀਂ ਜਿੱਤ ਸਕੇ ਸੀ, ਲੇਕਿਨ ਉਹ ਬੜੇ ਪੁਰਾਣੇ ਆਮ ਆਦਮੀ ਪਾਰਟੀ ਦੇ ਆਗੂ ਨੇ ਔਰ ਬੜੀ ਮਿਹਨਤ ਵੀ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੀਤੀ ਹੈ। ਉਹ 2014 ਵੇਲੇ ਦੀ ਪਾਰਟੀ ਨਾਲ ਸੀ, ਉਹਨਾਂ ਨੂੰ ਮੰਤਰੀ ਬਣਾਇਆ ਗਿਆ। ਪਰ ਜਿਹੜੇ ਵਿਧਾਇਕ ਸੀ ਪਿਛਲੀ ਵਾਰੀ ਦੇ, ਉਹ ਮੰਤਰੀ ਕਈ ਨਹੀਂ ਬਣ ਸਕੇ, ਪਰ ਉਹਨਾਂ ਦਾ ਦਾਅਵਾ ਬੜਾ ਮਜ਼ਬੂਤ ਸੀ। ਅਮਨ ਅਰੋੜਾ, ਕੋਈ ਨਹੀਂ ਮੰਨ ਸਕਦਾ ਸੀ ਕਿ ਅਮਨ ਅਰੋੜਾ ਮੰਤਰੀ ਨਹੀਂ ਬਣਨਗੇ। ਬੀਬੀ ਬਲਜਿੰਦਰ ਕੌਰ, ਪ੍ਰੋਫੈਸਰ ਬਲਜਿੰਦਰ ਕੌਰ ਮੰਤਰੀ ਨਹੀਂ ਬਣਨਗੇ, ਕੋਈ ਨਹੀਂ ਸੀ ਮੰਨ ਸਕਦਾ। ਬੀਬੀ ਮਾਣੂਕੇ ਮੰਤਰੀ ਨਹੀਂ ਬਣਨਗੇ, ਕੋਈ ਨਹੀਂ ਸੀ ਮੰਨ ਸਕਦਾ। ਕੁੰਵਰ ਵਿਜੇ ਪ੍ਰਤਾਪ ਮੰਤਰੀ ਨਹੀਂ ਬਣਨਗੇ, ਇਹ ਵੀ ਕੋਈ ਨਹੀਂ ਸੀ ਮੰਨ ਸਕਦਾ। ਔਰ ਇਹ ਸਾਰੇ ਮੰਤਰੀ ਨਹੀਂ ਬਣੇ ਔਰ ਬਿਲਕੁਲ ਨਵੇਂ-ਨਵੇਂ ਚਿਹਰੇ ਮੰਤਰੀ ਬਣ ਗਏ। ਹੁਣ ਜਦੋਂ ਮੰਤਰੀ ਮੰਡਲ ਦਾ ਵਿਸਥਾਰ ਹੋਣਾ ਹੈ, ਪਿਛਲੇ 3 ਮਹੀਨਿਆਂ ਨਾਲੋਂ ਸਥਿਤੀਆਂ ਬਦਲੀਆਂ ਨੇ। ਬਿਲਕੁਲ ਲੋਕਾਂ ਦੇ ਵਿੱਚ ਇਸ ਗੱਲ ਦੀ ਨਾਰਾਜ਼ਗੀ ਗਈ ਕਿ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਗਿਆ। ਲੋਕਾਂ 'ਚ ਇਸ ਗੱਲ ਦੀ ਵੀ ਨਾਰਾਜ਼ਗੀ ਗਈ, ਅਮਨ ਅਰੋੜਾ, ਪ੍ਰੋਫੈਸਰ ਬਲਜਿੰਦਰ ਕੌਰ, ਬੀਬੀ ਮਾਣੂਕੇ, ਇਹ ਉਹ ਸਾਰੇ ਚਿਹਰੇ ਸੀ ਜਿਨ੍ਹਾਂ ਨੇ ਲਗਾਤਾਰ ਆਮ ਆਦਮੀ ਪਾਰਟੀ ਦਾ ਝੰਡਾ ਚੁੱਕੀ ਰੱਖਿਆ ਔਰ ਇਹਨਾਂ ਨੇ ਬਿਨਾਂ ਸ਼ੱਕ ਮੈਂ ਕਹਿ ਸਕਦਾ ਕਿ ਮਿਹਨਤ ਵੀ ਕੀਤੀ। ਭਾਵੇਂ ਕੋਈ ਅੰਦੋਲਨ ਸੀ, ਹਰਪਾਲ ਚੀਮਾ ਵੀ ਇਹਨਾਂ ਦੇ ਨਾਲ ਸੀ, ਸਾਰੇ ਇਹ ਸਾਥੀ ਸੀ। ਮੀਤ ਹੇਅਰ ਵੀ ਸੀ, ਮੀਤ ਹੇਅਰ ਨੇ ਵੀ ਸੰਘਰਸ਼ ਕੀਤੇ ਸੀ, ਉਹ ਤਾਂ ਚਲੋ ਮੰਤਰੀ ਬਣ ਗਏ ਐਜੂਕੇਸ਼ਨ। ਆਹ ਜਿਹੜੇ 4-5 ਨਾਮ ਰਹਿ ਗਏ ਸੀ, ਹੁਣ ਗੱਲ ਸਾਰੀ ਇੱਥੇ ਅੜੀ ਹੋਈ ਹੈ ਆਮ ਆਦਮੀ ਪਾਰਟੀ 'ਚ, ਜਿਹੜੀ ਦੁਚਿੱਤੀ ਹੈ ਵੀ ਕੀ ਇਹਨਾਂ 4 ਚਿਹਰਿਆਂ ਨੂੰ, 5 ਚਿਹਰਿਆਂ ਨੂੰ, ਹੋ ਸਕਦਾ ਇੱਕ ਅੱਧੇ ਦਾ ਮੈਂ ਕਿਸੇ ਦਾ ਨਾਮ ਨਾ ਲੈ ਸਕ ਰਿਹਾ ਹੋਵਾਂ, ਮੇਰੇ ਜ਼ਿਹਨ 'ਚ ਨਾ ਹੋਵੇ, ਪਰ ਸਾਰਿਆਂ ਦੇ ਆਮ ਆਦਮੀ ਪਾਰਟੀ ਦੀ ਜਿਹੜੀ ਸਾਰੀ ਲੀਡਰਸ਼ਿਪ ਹੈ ਦਿੱਲੀ ਔਰ ਪੰਜਾਬ ਦੀ, ਜਿਹੜੀ ਫੈਸਲੇ ਕਰਦੀ ਹੈ, ਉਹਨਾਂ ਦੇ ਜ਼ਿਹਨ 'ਚ ਇਹੀ ਦਬਾਅ ਹੈ ਕਿ ਇਹਨਾਂ 4 ਬਾਰੇ ਕੀ ਫੈਸਲਾ ਕੀਤਾ ਜਾਵੇ। ਕਿਉਂਕਿ ਅਗਰ ਮੰਤਰੀ ਮੰਡਲ ਦੇ ਵਿਸਥਾਰ ਦੇ ਵਿੱਚ ਵੀ ਕੁੰਵਰ ਵਿਜੇ ਪ੍ਰਤਾਪ ਜੀ ਰਹਿ ਜਾਂਦੇ ਨੇ, ਅਮਨ ਅਰੋੜਾ ਜੀ ਰਹਿ ਜਾਂਦੇ ਨੇ, ਬੀਬੀ ਬਲਜਿੰਦਰ ਕੌਰ ਮਾਣੂਕੇ ਰਹਿ ਜਾਂਦੇ ਨੇ, 4 ਵੱਡੇ ਕੱਦ ਦੇ ਲੀਡਰ ਨੇ। ਅਗਰ ਇਹ 4 ਲੀਡਰ ਰਹਿ ਜਾਂਦੇ ਨੇ, ਕਿਤੇ ਨਾ ਕਿਤੇ ਨਵੇਂ ਸਿਰੇ ਤੋਂ ਇਹ ਮੁੱਦਾ ਵੱਡਾ ਨਾ ਬਣ ਜੇ ਪੰਜਾਬ ਦੇ ਵਿੱਚ। ਇਹ ਵੀ ਆਮ ਆਦਮੀ ਪਾਰਟੀ ਦੇ ਲੀਡਰ ਸੂਹਾਂ ਲੈ ਰਹੇ ਨੇ ਸਿਆਸੀ ਤੌਰ ਤੇ ਆਪਣੀ ਸੂਝ-ਬੂਝ ਦੇ ਮੁਤਾਬਕ। ਹਾਂ, ਇੱਕ ਗੱਲ ਤੈਅ ਹੈ ਕਿ ਇਸ ਵਾਰ ਵੀ ਹਰਜੋਤ ਜੀ ਕੁਝ ਨਵੇਂ ਚਿਹਰੇ ਆਉਣਗੇ ਔਰ ਉਹਨਾਂ ਨਵੇਂ ਚਿਹਰਿਆਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਕਿ ਖਾਸ ਤੌਰ ਤੇ ਨਵੇਂ ਚਿਹਰਿਆਂ ਦੇ ਵਿੱਚੋਂ ਵੀ 1-2 ਮਹਿਲਾਵਾਂ ਸਾਡੀਆਂ ਭੈਣਾਂ ਮੰਤਰੀ ਬਣ ਸਕਦੀਆਂ ਨੇ। ਉਹਨਾਂ ਦੇ ਵਿੱਚ ਬੀਬੀ ਆਪਣੇ ਜਿਹੜੇ ਗਾਇਕ ਨੇ ਬੜੇ ਮੰਨੇ ਪ੍ਰਮੰਨੇ, ਅਨਮੋਲ ਗਗਨਮਾਨ, ਉਹਨਾਂ ਦਾ ਵੀ ਮੈਨੂੰ ਦਾਅਵਾ ਦਿਖਦਾ ਹੈ। ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਹਰਾਉਣ ਵਾਲੇ ਜੀਵਨਜੋਤ ਜੀ, ਉਹਨਾਂ ਦਾ ਵੀ ਦਾਅਵਾ ਦਿਖਦਾ ਹੈ। ਤੇ ਮੋਗੇ ਤੋਂ ਇੱਕ ਡਾਕਟਰ ਸਾਹਿਬ ਨੇ ਜਿਹੜੇ ਵਿਧਾਇਕ ਬਣ ਕੇ ਆਏ ਨੇ, ਉਹਨਾਂ ਦਾ ਵੀ ਮੈਨੂੰ ਦਾਅਵਾ ਦਿਖਦਾ ਹੈ। ਇਹਨਾਂ ਤਿੰਨਾਂ ਦੇ ਵਿੱਚੋਂ, ਨਵੇਂ ਚਿਹਰਿਆਂ ਦੇ ਵਿੱਚੋਂ, ਪਹਿਲੀ ਵਾਰ ਦੇ ਵਿਧਾਇਕਾਂ ਦੇ ਵਿੱਚੋਂ ਵੀ ਕੋਈ ਇੱਕ ਚਿਹਰਾ ਆ ਸਕਦਾ ਹੈ। ਹੁਣ ਇਹ ਤੈਅ ਪਾਰਟੀ ਨੇ ਕਰਨਾ ਹੈ। ਪਰ ਮਾਣੂਕੇ ਜੀ ਔਰ ਬੀਬੀ ਬਲਜਿੰਦਰ ਕੌਰ, ਇਹਨਾਂ ਦੋਵਾਂ ਦਾ ਦਾਅਵਾ ਮੈਨੂੰ ਬੜਾ ਮਜ਼ਬੂਤ ਲੱਗਦਾ ਹੈ। ਇਹ ਵੀ ਹੋ ਸਕਦਾ ਕਿਉਂਕਿ ਦੇਖੋ ਹੁਣ 8 ਚਿਹਰੇ ਨਵੇਂ ਆਉਣੇ ਨੇ, ਕੋਈ ਵੱਡੀ ਗੱਲ ਨਹੀਂ। ਇਹਨਾਂ 8 ਚਿਹਰਿਆਂ ਦੇ ਵਿੱਚੋਂ ਇਸ ਵਾਰ 3 ਚਿਹਰੇ ਨੇ ਜਿਹੜੇ ਉਹ ਮਹਿਲਾਵਾਂ ਦੇ ਰੂਪ ਦੇ ਵਿੱਚ ਸਾਨੂੰ ਪੰਜਾਬ ਦੀ ਵਿਧਾਨ ਸਭਾ 'ਚ ਮੰਤਰੀ ਬਣਦੇ ਸਰਕਾਰ 'ਚ ਨਜ਼ਰ ਆਉਣ। ਬੀਬੀ ਮਾਣੂਕੇ ਜੀ, ਬਲਜਿੰਦਰ ਕੌਰ ਔਰ ਇਹਨਾਂ 3 ਪਹਿਲੀ ਵਾਰ ਦੇ MLA ਨੇ ਜਿਹੜੇ, ਇਹਨਾਂ ਦੇ ਵਿੱਚੋਂ ਇੱਕ ਹੋਰ ਮਹਿਲਾ ਅਸੀਂ ਜੋੜ ਲਈਏ ਤੇ 3 ਮਹਿਲਾਵਾਂ ਮੰਤਰੀ ਬਣ ਸਕਦੀਆਂ ਨੇ। ਮੈਂ ਇੱਕ ਨਾਮ ਭੁੱਲ ਗਿਆ, ਸਨਅਤੀ ਕੇਂਦਰ ਲੁਧਿਆਣੇ ਦੇ ਵਿੱਚ ਨੇ ਇੱਕ, ਉਹ ਵੀ ਮਹਿਲਾ MLA ਬਣੇ ਨੇ ਪਹਿਲੀ ਵਾਰੀ, ਤੇ ਉਹਨਾਂ ਨੇ ਹਰਾਇਆ ਬਲਵਿੰਦਰ ਸਿੰਘ ਬੈਂਸ ਨੂੰ। ਸਿਮਰਜੋਤ ਬੈਂਸ ਦੇ ਜਿਹੜੇ ਭਰਾ ਸੀ ਉਹਨਾਂ ਨੂੰ ਵੀ ਹਰਾਇਆ ਔਰ ਬਾਕੀ ਪਾਰਟੀਆਂ ਨੂੰ ਵੀ ਹਰਾਇਆ ਔਰ ਉਹਨਾਂ ਨੇ ਬਹੁਤ ਵੱਡੀ ਲੀਡ ਲਈ। ਲੁਧਿਆਣਾ 'ਚ ਸਭ ਤੋਂ ਵੱਧ ਲੀਡ ਨਾਲ ਉਹ ਜਿੱਤੇ। ਸਨਅਤੀ ਕੇਂਦਰ ਲੁਧਿਆਣਾ ਤੋਂ ਮੈਨੂੰ ਉਹਨਾਂ ਦਾ ਦਾਅਵਾ ਬਹੁਤ ਵੱਡਾ ਲੱਗਦਾ ਹੈ।
ਇਹ ਮੈਨੂੰ ਲੱਗਦਾ ਹੈ। ਸੋ ਇਸ ਜੀ ਕਰਕੇ ਮੈਂ ਜਿਹੜੇ ਪਹਿਲੇ 3 ਨਾਮ ਲਏ ਸੀ, ਜੀਵਨਜੋਤ ਜੀ ਕੌਰ ਜੀ, ਅਨਮੋਲ ਗਗਨ ਮਾਨ ਜੀ, ਔਰ ਮੋਗੇ ਤੋਂ ਜਿਹੜੇ ਵਿਧਾਇਕ ਨੇ, ਔਰ ਇੱਕ ਬੀਬੀ ਜੀ ਲੁਧਿਆਣਾ ਤੋਂ ਵਿਧਾਇਕ ਨੇ ਬਲਵਿੰਦਰ ਬੈਂਸ ਦੇ ਹਲਕੇ ਤੋਂ, ਇਹਨਾਂ 4 ਦੇ ਵਿੱਚੋਂ ਹੀ ਇੱਕ ਮੰਤਰੀ ਆ ਸਕਦਾ ਹੈ। ਔਰ ਮਾਣੂਕੇ ਜੀ ਔਰ ਬੀਬੀ ਬਲਜਿੰਦਰ ਕੌਰ ਜੀ, ਇਹ ਦੋਨੇ ਮੰਤਰੀ ਆ ਸਕਦੇ ਨੇ, ਮੈਨੂੰ ਇਹ ਲੱਗਦਾ। ਸੋ 3 ਮਹਿਲਾਵਾਂ ਇਸ ਵਾਰ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ 'ਚ ਆ ਸਕਦੀਆਂ ਨੇ। ਔਰ ਅਗਰ ਅਸੀਂ ਗੱਲ ਬਾਕੀਆਂ ਦੀ ਕਰੀਏ ਤੇ ਕੁੰਵਰ ਵਿਜੇ ਪ੍ਰਤਾਪ ਦਾ ਦਾਅਵਾ ਸਟਰੋਂਗ ਹੈ, ਅਮਨ ਅਰੋੜਾ, ਇਹ ਦੋਵੇਂ ਲੀਡਰ ਨੇ ਜਿਹੜੇ, ਇਹਨਾਂ ਦਾ ਦਾਅਵਾ ਵੀ ਬਹੁਤ ਜ਼ਿਆਦਾ ਸਟਰੋਂਗ ਹੈ। ਹੁਣ ਮੈਨੂੰ ਇਹ ਲੱਗਦਾ ਕਿ ਇਹ ਸਾਰੇ ਜਿਹੜੇ ਵੱਡੇ ਨਾਮ ਨੇ, ਵੱਡੇ ਨਾਮ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਇਹਨਾਂ ਨੇ ਪੁਰਾਣੇ ਸਮੇਂ ਤੋਂ ਆਮ ਆਦਮੀ ਪਾਰਟੀ 'ਚ ਬਹੁਤ ਸੰਘਰਸ਼ ਕੀਤਾ। ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਇਹਨਾਂ ਨੇ ਬੇਅਦਬੀ ਦੇ ਇਨਸਾਫ ਲਈ ਲੜਾਈਆਂ ਲੜੀਆਂ ਨੇ, ਔਰ ਉਹਨਾਂ ਦਾ ਇਮਾਨਦਾਰ ਚਿਹਰਾ, ਇਮਾਨਦਾਰ ਛਵੀ ਆਮ ਆਦਮੀ ਪਾਰਟੀ ਨੂੰ, ਉਹਦਾ ਵੀ ਫਾਇਦਾ ਮਿਲਿਆ। ਸੋ ਇਹਨਾਂ ਦਾ ਦਾਅਵਾ ਬੜਾ ਸਟਰੋਂਗ ਬਣ ਰਿਹਾ ਕੁੰਵਰ ਵਿਜੇ ਪ੍ਰਤਾਪ ਦਾ। ਅਮਨ ਅਰੋੜਾ, ਕਿਉਂਕਿ ਉਹ ਇੱਕ ਬਹੁਤ ਚੰਗਾ ਚਿਹਰਾ ਨੇ, ਉਹ ਵੀ ਪੰਜਾਬ ਦੇ ਦੂਜੀ ਵਾਰ ਦੇ MLA ਨੇ। ਉਹਨਾਂ ਦਾ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਵੀ ਪਹਿਲਾਂ ਮੰਤਰੀ ਰਹੇ ਨੇ, ਉਹਨਾਂ ਦੇ ਵੀ ਵੱਡੀ ਕੰਟਰੀਬਿਊਸ਼ਨ ਰਹੀ ਹੈ ਸੁਸਾਇਟੀ ਲਈ। ਸੋ ਇਸ ਕਰਕੇ ਅਮਨ ਅਰੋੜਾ ਦੀ ਲੀਡ ਵੀ ਬਹੁਤ ਵੱਡੀ ਸੀ, ਉਹ ਵੀ ਮੈਨੂੰ ਲੱਗਦੇ ਨੇ। ਹੁਣ ਇਹ ਨਾਮ ਤਾਂ ਜਿਹੜੇ ਹੈਗੇ ਨੇ ਸਥਾਪਿਤ ਨਾਵਾਂ ਦੇ ਵਿੱਚੋਂ ਹੈ। ਇਸ ਵਾਰ ਫੇਰ ਕੋਈ ਨਵਾਂ ਬਦਲਾਅ ਦਿਖਾ ਸਕਦੀ ਆਮ ਆਦਮੀ ਪਾਰਟੀ, ਹੋ ਸਕਦਾ ਬਿਲਕੁਲ ਨਵਾਂ ਚਿਹਰਾ। ਉਗੋਕੇ ਉਹਨਾਂ ਦੇ ਵਿੱਚੋਂ ਇੱਕ ਨੇ, ਲਾਭ ਸਿੰਘ ਉਗੋਕੇ, ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਫਿਰ ਇੰਡਸਟਰੀ ਦੇ ਤੌਰ ਤੇ ਦੇਖੀਏ ਤਾਂ ਮੋਹਾਲੀ ਤੋਂ ਕੁਲਵੰਤ ਸਿੰਘ ਨੇ, ਜਿਹੜੇ ਵਪਾਰ ਕਾਰੋਬਾਰ ਦੀ ਦੁਨੀਆ ਨਾਲ ਜੁੜੇ ਨੇ, ਉਸ ਪਾਸਿਓਂ ਕੁਲਵੰਤ ਸਿੰਘ ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸੋ ਕਈ ਜਿਹੜੇ ਡਿਫਰੈਂਟ ਸੈਗਮੈਂਟ ਦੇ ਵਿੱਚੋਂ ਸੁਸਾਇਟੀ ਦੇ, ਜਿਵੇਂ ਅਗਰ ਸਿਹਤ ਮੰਤਰੀ ਦਾ ਅਹੁਦਾ ਖਾਲੀ ਹੈ ਕਿਉਂਕਿ ਜਿਹੜੇ ਸਿੰਗਲਾ ਸਾਹਿਬ ਸੀ ਉਹ ਤਾਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਨੇ, ਜੇਲ੍ਹ ਦੇ ਵਿੱਚ ਨੇ, ਉਹਨਾਂ ਨੂੰ ਬਰਖਾਸਤ ਕੀਤਾ ਸੀ। ਤੇ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਡਾਕਟਰ ਸਾਹਿਬ ਨੇ, ਡਾਕਟਰ ਨਿੱਜਰ ਅੰਮ੍ਰਿਤਸਰ ਤੋਂ, ਫਿਰ ਉਹਨਾਂ ਦਾ ਵੀ ਦਾਅਵਾ ਬਣਦਾ ਹੈ। ਪਰ ਉੱਥੇ ਕੁੰਵਰ ਵਿਜੇ ਪ੍ਰਤਾਪ ਵੀ ਹੈ। ਇਸ ਕਰਕੇ ਬੜੀ ਆਮ ਆਦਮੀ ਪਾਰਟੀ ਦੇ ਲਈ ਵੀ ਜਿਹੜਾ ਇਹ ਫੈਸਲਾ ਕਰਨਾ ਵੀ ਕਿਹਨੂੰ ਮੰਤਰੀ ਬਣਾਈਏ, ਕਿਹਨੂੰ ਮੰਤਰੀ ਨਾ ਬਣਾਈਏ, ਇਸ ਵਕਤ ਬਹੁਤ ਵੱਡਾ ਚੈਲੰਜ ਤੇ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ। ਕਿਉਂਕਿ ਮੰਤਰੀ ਮੰਡਲ ਦਾ ਵਿਸਥਾਰ ਹਰ ਹਾਲਤ ਦੇ ਵਿੱਚ ਕੀਤਾ ਜਾਣਾ ਜ਼ਰੂਰੀ ਹੈ, ਕਿਉਂਕਿ ਭਗਵੰਤ ਮਾਨ ਉਹਨਾਂ ਤੇ ਦਬਾਅ ਬਹੁਤ ਜ਼ਿਆਦਾ ਹੈ। ਬਿਲਕੁਲ, ਜ਼ਿਆਦਾਤਰ ਮਹਿਕਮੇ ਭਗਵੰਤ ਮਾਨ ਉਹਨਾਂ ਕੋਲੇ ਹੈ, ਔਰ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਮੰਤਰਾਲਿਆਂ ਦੇ ਕੰਮਾਂ 'ਚ ਦੇਣਾ ਪੈ ਰਿਹਾ। ਫਿਰ ਉਹਨਾਂ ਨੇ ਦਿੱਲੀ ਵੀ ਜਾਣਾ ਹੁੰਦਾ ਹੈ, ਫਿਰ ਆਉਂਦੇ ਸਮੇਂ 'ਚ ਹਿਮਾਚਲ ਦੀਆਂ, ਗੁਜਰਾਤ ਦੀਆਂ ਚੋਣਾਂ ਵੀ ਨੇ। ਤੁਸੀਂ ਦੇਖੋ, ਕੱਲ ਪਰਸੋਂ 2-3 ਦਿਨ ਪਹਿਲਾਂ ਉਹ ਹਿਮਾਚਲ ਜਾ ਕੇ ਆਏ। ਹੁਣ ਕੱਲ ਨੂੰ ਫਿਰ ਭਗਵੰਤ ਮਾਨ ਜੀ ਨੇ ਸਮਾਂ ਦੇਣਾ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ, ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਦੇ, 15 ਜੂਨ ਨੂੰ ਜਲੰਧਰ। ਫਿਰ ਹਜੇ ਤੱਕ ਭਗਵੰਤ ਮਾਨ ਜੀ ਬਹੁਤ ਜ਼ਿਆਦਾ ਸਮਾਂ ਨਹੀਂ ਦੇ ਸਕੇ ਸੰਗਰੂਰ 'ਚ। ਇਹ ਵੀ ਇੱਕ ਬੜੀ ਚਿੰਤਾ ਵਾਲੀ ਗੱਲ ਹੈ, ਕਿਉਂਕਿ ਪਹਿਲਾਂ ਤਾਂ ਉਹ MP ਹੁੰਦੇ ਸੀ, ਉਹ ਲਗਾਤਾਰ ਸੰਗਰੂਰ 'ਚ ਪ੍ਰਚਾਰ ਕਰਦੇ ਸੀ। ਹੁਣ ਉਹ ਜ਼ਿਆਦਾ ਸਮਾਂ ਨਹੀਂ ਦੇ ਪਾ ਰਹੇ ਸੰਗਰੂਰ 'ਚ। 15 ਤਰੀਕ ਨੂੰ ਹੋ ਸਕਦਾ ਕੇਜਰੀਵਾਲ ਸਾਹਿਬ ਦੇ ਨਾਲ ਚਲੇ ਜਾਣ ਸੰਗਰੂਰ। ਸੋ ਸਥਿਤੀਆਂ ਜਿਹੜੀਆਂ ਨੇ ਕਾਫੀ ਚੈਲੰਜ ਵਾਲੀਆਂ ਆਮ ਆਦਮੀ ਪਾਰਟੀ ਦੇ ਲਈ ਵੀ ਹੈ। ਦੇਖੋ, ਜਦੋਂ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ, ਉਹ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ ਤੇ ਦੂਜੇ ਕੰਮ ਵੀ ਕਰਨੇ ਪੈਂਦੇ ਨੇ ਜਿਹੜੇ ਸੰਗਠਨ ਦੇ ਨੇ। ਹੁਣ ਭਗਵੰਤ ਮਾਨ ਭਾਵੇਂ ਮੁੱਖ ਮੰਤਰੀ ਬਣ ਗਏ ਨੇ, ਪਰ ਉਹਨਾਂ ਨੂੰ ਲੋਕ ਸਭਾ ਸੀਟ ਜਿਤਾਉਣ ਲਈ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਚੱਕਣੀ ਪੈਣੀ ਹੈ, ਕਿਉਂਕਿ ਸਥਿਤੀਆਂ ਪੂਰੀਆਂ ਫਸਵੀਆਂ ਨੇ। ਮੈਂ ਫਿਰ ਕੱਲ ਮੈਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਫਿਰ ਇੱਕ ਵਾਰੀ ਪੜ੍ਹਿਆ। ਪੰਜਾਬੀ ਟ੍ਰਿਬਿਊਨ ਅਖਬਾਰ ਵੀ ਲਿਖਦਾ ਹੈ ਕਿ ਬਹੁਤ ਕੋਣੀ ਮੁਕਾਬਲਾ ਉੱਥੇ। ਸੋ ਇਸ ਕਰਕੇ ਇਹ ਬੜੀ ਫਸਵੀਂ ਟੱਕਰ ਹੈ ਜੀ ਉੱਥੇ। 5 ਕੋਣੀ ਲਿਖ ਰਹੇ ਸੀ ਜਾਂ ਬਹੁਤ ਕੋਣੀ, ਪਰ ਇਹ ਫਸਵੀਂ ਟੱਕਰ ਉੱਥੇ ਸੰਗਰੂਰ 'ਚ ਵੀ ਬਣ ਰਹੀ ਹੈ। ਜੀ ਬਿਲਕੁਲ। ਸੋ ਆਪਾਂ ਵੀ ਇਸ ਟੱਕਰ ਦੇ ਉੱਪਰ ਚਰਚਾ ਜ਼ਰੂਰ ਕਰਾਂਗੇ ਕਿ ਕੀ ਸਮੀਕਰਨ ਬਣ ਰਹੇ ਨੇ, ਪਰ ਉਸ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹਾਂਗੀ ਕਿ ਜਿਵੇਂ ਅਸੀਂ ਹੁਣੇ ਗੱਲ ਕੀਤੀ ਕਿ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਜੋ ਪੰਜਾਬ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦੁਚਿੱਤੀ ਵਿੱਚ ਹੈ, ਦਾਅਵੇਦਾਰ ਬਹੁਤ ਨੇ। ਪਰ ਦੂਜੇ ਪਾਸੇ ਜਿਹੜੇ ਪਹਿਲੇ ਵਿਧਾਇਕ ਨੇ, ਉਹ ਹਲੇ ਤੱਕ ਆਪਣੇ ਸਰਕਾਰੀ ਫਲੈਟ ਨਹੀਂ ਛੱਡ ਰਹੇ। ਉਹ ਵੀ ਇੱਕ ਮੁੱਦਾ ਜੋ ਹੈ ਲਗਾਤਾਰ ਚੱਲਦਾ ਪਿਆ। ਫਲੈਟ ਖਾਲੀ ਕਰਵਾਉਣ ਲਈ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਡੱਲਾ ਜੀ, ਔਰ ਇਸ ਤਰੀਕੇ ਨਾਲ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਬਣਦੀ ਹੈ? ਦੇਖੋ, ਜਿਹਦੇ ਕੋਲੇ ਆਪਣਾ ਮਕਾਨ ਨਹੀਂ ਹੁੰਦਾ ਉਹਨੂੰ ਚਿੰਤਾ ਤਾਂ ਹੁੰਦੀ ਹੈ। ਮੇਰੇ ਕੋਲੇ ਅੱਜ ਤੱਕ ਆਪਣਾ ਮਕਾਨ ਨਹੀਂ। ਮੇਰੇ ਪਿਤਾ ਜੀ ਦਾ ਮਕਾਨ ਹੈ, ਮੈਂ ਉੱਥੇ ਜ਼ਰੂਰ ਰਹਿ ਲੈਣਾ, ਪਰ ਆਪਣਾ ਮਕਾਨ ਨਹੀਂ। ਹੁਣ ਜਦੋਂ ਵਿਧਾਇਕ ਬਣ ਗਏ ਲੋਕ ਸਾਰੇ, ਮੈਂ ਵੀ ਜਦੋਂ ਚੰਡੀਗੜ੍ਹ ਜਾਣਾ ਕੰਮਕਾਰ ਤੇ ਮੈਨੂੰ ਬੜੀ ਦਿੱਕਤ ਆਉਂਦੀ ਹੈ। ਹੁਣ ਜਿਹੜੇ ਵਿਧਾਇਕ ਨੇ
ਉਹਨਾਂ ਨੂੰ ਵੀ ਨਿਸ਼ਚਿਤ ਤੌਰ ਦੇ ਉੱਤੇ ਉਹਨਾਂ, ਕਿਉਂਕਿ ਸਾਰੇ ਬੜੇ ਸਧਾਰਨ ਪਰਿਵਾਰਾਂ ਦੇ ਨੇ, ਕਈ ਵਿਧਾਇਕਾਂ ਨੂੰ ਹਜੇ, ਕਈ ਵਿਧਾਇਕ ਤਾਂ ਮਤਲਬ ਰੱਜਦੇ ਪੁੱਜਦੇ ਨੇ, ਉਹ ਤਾਂ ਗੱਲ ਚਲੋ ਸਮਝ ਆਉਂਦੀ ਹੈ, ਪਰ ਕਈ ਬੜੇ ਸਧਾਰਨ ਨੇ। ਹੁਣ ਉਹਨਾਂ ਕੋਲੇ ਚੰਡੀਗੜ੍ਹ 'ਚ ਮਕਾਨ ਹੈ ਨਹੀਂ, ਉਹ ਚਾਹੁੰਦੇ ਨੇ ਉਹਨਾਂ ਨੂੰ ਫਲੈਟ ਮਿਲੇ। ਉਹ ਵਿਧਾਨ ਸਭਾ ਦੇ ਵਿੱਚ ਲਗਾਤਾਰ ਗੇੜੇ ਲਾਉਂਦੇ ਨੇ, ਕਿਉਂਕਿ ਜਿੰਨੇ ਵੀ ਸਰਕਾਰੀ ਮਕਾਨ ਹੈ, ਫਲੈਟ ਹੈ, ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮਾਨਯੋਗ ਸਪੀਕਰ ਸਾਹਿਬ ਦੀ ਹੁੰਦੀ ਹੈ। ਹੁਣ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਤੇ ਬੜਾ ਦਬਾਅ ਹੈ, ਬਹੁਤ ਸਾਰੇ ਵਿਧਾਇਕਾਂ ਦੇ ਉਹਨਾਂ ਨੂੰ ਲਗਾਤਾਰ ਫੋਨ ਜਾਂਦੇ ਨੇ ਵੀ ਸਪੀਕਰ ਸਾਹਿਬ ਮੇਰੇ ਵਾਲੇ ਫਲੈਟ ਦਾ ਕੀ ਬਣਿਆ, ਮੈਨੂੰ ਅਲਾਟ ਕਰ ਦਿਓ। ਹੁਣ ਪੁਰਾਣੇ ਵਿਧਾਇਕ ਕਈ ਫਲੈਟ ਛੱਡ ਨਹੀਂ ਰਹੇ। ਹਜੇ ਤੱਕ ਸੂਚੀ ਨਿਕਲੀ ਹੈ ਕਿ 8 ਵਿਧਾਇਕ ਨੇ, ਪਰ ਉਹਨਾਂ 8 ਵਿਧਾਇਕਾਂ ਚੋਂ ਕਈ ਵਿਧਾਇਕ ਹਰਜੋਤ ਜੀ ਬੜੇ ਮਤਲਬ ਜਿਹਨੂੰ ਅਸੀਂ ਕਹਿੰਦੇ ਆ ਕਿ ਬੜੇ ਵਿੱਤੀ ਤੌਰ ਤੇ ਚੰਗੇ ਨੇ, ਵਿੱਤੀ ਤੌਰ ਤੇ ਮਜ਼ਬੂਤ ਨੇ ਉਹ ਵਿਧਾਇਕ ਜੀ। ਉਹਨਾਂ ਨੇ ਹਜੇ ਤੱਕ ਸਰਕਾਰੀ ਫਲੈਟ ਨਹੀਂ ਛੱਡੇ, ਜਿਹਦੇ ਕਰਕੇ ਇੱਕ ਬੜੀ ਨਵੀਂ ਤਰ੍ਹਾਂ ਦੀ ਦੁਚਿੱਤੀ ਆਮ ਆਦਮੀ ਪਾਰਟੀ ਅੱਗੇ ਖੜੀ ਹੋ ਗਈ। ਹੁਣ ਕਹਿੰਦੇ ਨੇ ਆਖਰੀ ਨੋਟਿਸ ਕੱਢਿਆ ਕੁਲਤਾਰ ਸਿੰਘ ਸੰਧਵਾ ਨੇ, ਔਰ ਉਸ ਤੋਂ ਬਾਅਦ ਕਹਿੰਦੇ ਅਸੀਂ ਫਿਰ ਫੌਜਦਾਰੀ ਮੁਕੱਦਮੇ ਦਰਜ ਕਰਾਵਾਂਗੇ। ਸੋ ਮੈਂ ਆਮ ਤੌਰ ਤੇ ਬੜਾ ਸੁਣਦਾ ਹੁੰਦਾ ਸੀ ਵੀ ਕਿਰਾਏਦਾਰ ਦੁਕਾਨ ਨਹੀਂ ਖਾਲੀ ਕਰਦਾ, ਕਿਰਾਏਦਾਰ ਮਕਾਨ ਨਹੀਂ ਖਾਲੀ ਕਰਦਾ, ਤੇ ਫਿਰ ਉਹ ਫੌਜਦਾਰੀ ਮੁਕੱਦਮੇ ਹੁੰਦੇ ਨੇ, ਫਿਰ ਉਹ ਕਿੰਨਾ ਸਮਾਂ ਕੋਰਟ ਕਚਹਿਰੀਆਂ 'ਚ ਗੱਲ ਚੱਲਦੀ ਹੈ। ਇਹ ਪਹਿਲੀ ਵਾਰੀ ਸੁਣਨ ਨੂੰ ਮਿਲਿਆ ਵੀ ਸਰਕਾਰ ਦੇ ਜਿਹੜੇ ਫਲੈਟ ਨੇ ਉਹ ਖਾਲੀ ਨਹੀਂ ਹੋ ਰਹੇ, ਤੇ ਸਰਕਾਰ ਕਹਿੰਦੀ ਨਹੀਂ ਤਾਂ ਅਸੀਂ ਫਿਰ ਫੌਜਦਾਰੀ ਮੁਕੱਦਮਾ ਕਰਾਂਗੇ। ਸੋ ਇਹ ਆਪਣੇ ਆਪ ਇਹ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਹੈਗਾ ਮਾਹੌਲ ਜਿਹੜਾ ਬਣਿਆ। ਸੋ ਸਾਰੇ ਵਿਧਾਇਕਾਂ ਨੂੰ ਬੇਨਤੀ ਹੈ ਕਿ ਕੋਈ ਹੋਰ ਇੰਤਜ਼ਾਮ ਕਰ ਲਓ ਭਾਈ, ਬਹੁਤ ਸਮਾਂ ਹੋ ਗਿਆ, ਹੁਣ ਤਾਂ 3 ਮਹੀਨੇ ਹੋਣ ਵਾਲੇ ਨੇ। ਸੋ ਇਸ ਕਰਕੇ ਇੰਨੀ ਦੇਰ 'ਚ ਤਾਂ ਤੁਸੀਂ ਆਰਾਮ ਨਾਲ ਮੋਹਾਲੀ 'ਚ, ਚੰਡੀਗੜ੍ਹ 'ਚ ਕੋਈ ਕਿਰਾਏ ਤੇ ਮਕਾਨ ਲੱਭ ਲੈਂਦੇ, ਕੋਈ ਫਲੈਟ ਲੱਭ ਲੈਂਦੇ ਕਿਰਾਏ ਤੇ, ਹੋਰ ਨਹੀਂ ਪੀਜੀ ਲੈ ਲਓ ਫਿਰ ਅਗਰ ਜ਼ਿਆਦਾ ਦਿੱਕਤ ਹੈ ਤਾਂ। ਚੰਡੀਗੜ੍ਹ 'ਚ ਆਮ ਤੌਰ ਤੇ ਨੌਜਵਾਨ ਵਿਦਿਆਰਥੀ ਜਾਂ ਕੋਈ ਵੀ ਜ਼ਰੂਰਤਮੰਦ ਆਰਾਮ ਨਾਲ ਉੱਥੇ ਪੀਜੀ ਬਣ ਕੇ ਚੰਡੀਗੜ੍ਹ 'ਚ ਰਹਿ ਲੈਂਦਾ। ਮੇਰੇ ਖਿਆਲ ਅੱਜ ਕੱਲ੍ਹ ਤਾਂ ਮਹੀਨੇ ਦਾ ਕਿਰਾਇਆ ਵੀ ਪੇਇੰਗ ਗੈਸਟ ਦੇ ਤੌਰ ਤੇ ਮੇਰੇ ਖਿਆਲ 5000 6000 'ਚ ਵਧੀਆ ਕਮਰਾ ਉੱਥੇ ਮਿਲ ਜਾਂਦਾ, ਨਾਲੇ ਖਾਣਾ ਪੀਣਾ ਮਿਲਦਾ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਦੇਖਦੇ ਆ ਕੀ ਕਾਰਵਾਈ ਹੁੰਦੀ ਹੈ, ਕਿ ਕੀ ਕਾਰਵਾਈ ਤੋਂ ਪਹਿਲਾਂ ਹੀ ਇਹ ਵਿਧਾਇਕ ਸਰਕਾਰੀ ਫਲੈਟ ਛੱਡਦੇ ਨੇ ਜਾਂ ਨਹੀਂ। ਚਲੋ ਇਹ ਵੀ ਤਸਵੀਰ ਆਉਣ ਵਾਲੇ ਦਿਨਾਂ ਵਿੱਚ ਸਾਫ਼ ਜਲਦੀ ਹੀ ਹੋ ਜਾਏਗੀ। ਪਰ ਅੱਗੋਂ ਗੱਲ ਅਗਰ ਅਸੀਂ ਸੰਗਰੂਰ ਜ਼ਿਮਨੀ ਚੋਣ ਦੀ ਕਰੀਏ ਤਾਂ ਜੋ ਤੁਸੀਂ ਪਹਿਲਾਂ ਗੱਲ ਕੀਤੀ ਕਿ ਵਾਕਈ ਬਹੁਤ ਕੋਣੀ ਮੁਕਾਬਲਾ ਬਣਿਆ ਹੈ, ਵਾਕਈ ਫਸਵਾਂ ਮੁਕਾਬਲਾ ਜ਼ਰੂਰ ਦਿਖ ਰਿਹਾ, ਪਰ ਨਾਲ ਦੀ ਨਾਲ ਜੋ ਹੈ ਪੰਜਾਬ ਸਰਕਾਰ ਦੇ ਉੱਪਰ ਕਈ ਸਵਾਲ ਖੜੇ ਨੇ, ਚਾਹੇ ਆਪਾਂ ਬਿਜਲੀ ਕੱਟਾਂ ਨੂੰ ਲੈ ਕੇ ਕਰ ਲਈਏ। ਹਾਲਾਂਕਿ ਸਾਡੇ ਜੋ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹ ਆਪਣੇ ਵੱਲੋਂ ਢੇਰ ਸਾਰੀ ਕੋਸ਼ਿਸ਼ਾਂ ਕਰ ਰਹੇ ਨੇ ਕਿ ਅਸੀਂ ਕੁਛ ਨਾ ਕੁਛ ਕਰਕੇ ਜੋ ਹੈ ਲੋਕਾਂ ਦਾ ਦਿਲ ਜਿੱਤ ਲਈਏ, ਤੇ ਸ਼ਾਇਦ ਕਿਤੇ ਨਾ ਕਿਤੇ ਮਨਸ਼ਾ ਜ਼ਰੂਰ ਹੈ ਕਿ ਵੋਟ ਬੈਂਕ ਆਪਣਾ ਪੱਕਾ ਕਰ ਲਈਏ, ਪਰ ਲੋਕ ਕਿਤੇ ਨਾ ਕਿਤੇ ਇੱਕ ਮਤ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੇ। ਤੇ ਜੋ ਕਿ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਕਿ ਇੱਕ ਚੋਣ ਪ੍ਰਚਾਰ ਦੇ ਗੀਤ ਵਿੱਚ ਸਿੱਧੂ ਮੂਸੇਵਾਲਾ ਦਾ ਨਾਮ ਸ਼ਾਮਿਲ ਕਰਕੇ ਜੋ ਹੈ ਇੱਕ ਸਿੰਪੈਥੀ ਫੈਕਟਰ ਦੇ ਨਾਲ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਵੀ ਆਮ ਆਦਮੀ ਪਾਰਟੀ ਵੱਲੋਂ ਜੋ ਹੈ ਇਲਜ਼ਾਮ ਲਗਾਏ ਗਏ ਨੇ ਕਾਂਗਰਸ ਪਾਰਟੀ ਤੇ। ਬਿਲਕੁਲ ਹਰਜੋਤ ਜੀ, ਦੇਖੋ ਤੁਸੀਂ ਦੋਨੇ ਤਿੰਨੇ ਸਵਾਲ ਬਹੁਤ ਮਹੱਤਵਪੂਰਨ ਰੱਖੇ ਨੇ, ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਭਗਵੰਤ ਮਾਨ ਉਹਨਾਂ ਨੇ ਦਿਲ ਜਿੱਤਿਆ ਪੰਜਾਬੀਆਂ ਦਾ, ਤਾਂ ਹੀ 92 ਸੀਟਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦਵਾਈਆਂ। ਪਰ ਦਿਲ ਜਿੱਤਣ ਤੋਂ ਬਾਅਦ ਉਸ ਜਿੱਤ ਨੂੰ ਬਰਕਰਾਰ ਰੱਖਣਾ ਬਹੁਤ ਵੱਡੀ ਚੁਣੌਤੀ ਹੁੰਦਾ ਹੈ। ਹਾਲੇ ਤੱਕ ਭਗਵੰਤ ਮਾਨ ਕਾਮਯਾਬ ਹੈ। ਦੇਖੋ ਉਹਨਾਂ ਨੇ ਮੂੰਗੀ ਖਰੀਦਣੀ ਸ਼ੁਰੂ ਕਰਤੀ MSP ਤੇ, ਔਰ ਜਦੋਂ ਅਸੀਂ ਕਣਕ ਕੱਟ ਦਿੰਦੇ ਹਾਂ, ਵਢਾਈ ਹੋ ਜਾਂਦੀ ਹੈ, ਤੇ ਝੋਨਾ ਬੀਜਣ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੁੰਦਾ ਉਹ 'ਚ ਕਣਕ ਬੀਜੀ ਜਾ ਸਕਦੀ ਹੈ। ਔਸਤਨ 5 ਕੁਇੰਟਲ ਪ੍ਰਤੀ ਏਕੜ ਝਾੜ ਆਉਂਦਾ ਹੈ, ਤੇ 36,000 ਰੁਪਇਆ ਕਿਸਾਨ ਨੂੰ ਇੱਕ ਵਾਧੂ ਮੁਨਾਫਾ ਹੋ ਸਕਦਾ ਹੈ, ਹੋ ਵੀ ਰਿਹਾ। ਹੁਣ ਇਸ ਵਾਰ 7200 ਰੁਪਏ ਦੇ ਕਰੀਬ, 7200 ਤੋਂ ਕੁਝ ਜ਼ਿਆਦਾ MSP ਉਹਨਾਂ ਨੂੰ ਸਰਕਾਰੀ ਤੌਰ ਤੇ ਦਿੱਤੀ ਜਾ ਰਹੀ ਹੈ। ਮੈਂ ਪੂਰਾ ਰੇਟ ਵੀ ਦੱਸ ਦਿੰਦਾ, 7275 ਰੁਪਏ ਪ੍ਰਤੀ ਕੁਇੰਟਲ ਘੱਟੋ ਘੱਟ ਸਮਰਥਨ ਮੁੱਲ ਹੈ। ਖਰੀਦ ਸ਼ੁਰੂ ਹੋ ਗਈ। ਔਰ ਤੁਸੀਂ ਦੇਖੋ ਹਰਜੋਤ ਜੀ ਕਿ 2 ਵੱਡੀਆਂ ਅਨਾਜ ਮੰਡੀਆਂ ਸਾਡੀਆਂ, ਖੰਨੇ ਦੀਆਂ ਔਰ ਜਗਰਾਉਂ ਦੀਆਂ, ਔਰ ਜਗਰਾਉਂ ਦੀ ਮੰਡੀ ਨੂੰ ਵੀ ਏਸ਼ੀਆ ਦੀ ਵੱਡੀ ਮੰਡੀ ਮੰਨਿਆ ਜਾਂਦਾ ਹੈ, ਔਰ ਜਗਰਾਉਂ ਦੀ ਮੰਡੀ 'ਚ ਸਭ ਤੋਂ ਵੱਧ ਮੂੰਗੀ ਆ ਰਹੀ ਹੈ, ਔਰ ਸਰਕਾਰ ਖਰੀਦ ਰਹੀ ਹੈ ਘੱਟੋ ਘੱਟ ਸਮਰਥਨ ਮੁੱਲ ਤੇ, ਔਰ ਕਿਸਾਨਾਂ ਦੇ ਖਾਤਿਆਂ 'ਚ ਅਦਾਇਗੀ ਵੀ ਸ਼ੁਰੂ ਹੋ ਗਈ ਹੈ। ਸੋ ਇਹ ਇੱਕ ਚੰਗਾ ਰੁਝਾਨ ਸਾਨੂੰ ਦੇਖਣ ਨੂੰ ਮਿਲਿਆ। ਮਾਰਕਫੈਡ ਵੱਲੋਂ ਪ੍ਰਬੰਧ ਕੀਤੇ ਗਏ ਨੇ ਮੂੰਗੀ ਨੂੰ ਚੱਕਣ ਦੇ। ਹੁਣ ਤੱਕ ਦੀ ਭਗਵੰਤ ਮਾਨ ਸਰਕਾਰ ਦੀ 3 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਵਿੱਚ ਮੂੰਗੀ ਦੀ MSP ਤੇ ਖਰੀਦ ਉਹਨਾਂ ਦੇ ਕਰਪਸ਼ਨ ਵਾਲੇ
ਜਿਹੜੀ ਕਾਮਯਾਬੀ ਹੈ ਕਰਪਸ਼ਨ ਖਿਲਾਫ, ਉਹਦੇ ਨਾਲ ਇਹ ਦੂਸਰੀ ਵੱਡੀ ਕਾਮਯਾਬੀ ਹੈ ਜਿਹਨੂੰ ਮੈਂ ਮੰਨਦਾ। ਜੀ ਜੀ ਹਾਲਾਂਕਿ ਜੀ ਬਾਕੀ ਬਹੁਤ ਸਾਰੇ ਵਾਅਦੇ ਨੇ ਜਿਹੜੇ ਹਜੇ ਉਹ ਐਲਾਨ ਨੇ, ਉਹ ਮੁਕੰਮਲ ਤੌਰ ਦੇ ਉੱਤੇ ਪੂਰੇ ਨਹੀਂ ਹੋਏ, ਪਰ ਮੂੰਗੀ ਵਾਲਾ ਕੰਮ ਚੰਗਾ ਕੀਤਾ। ਜੀ ਦਾਲਾਂ ਦੇ ਵਿੱਚ ਪੰਜਾਬ ਹੋਰ ਅੱਗੇ ਜਾ ਸਕਦਾ ਹੈ। ਦਾਲਾਂ 'ਚ ਬਹੁਤ ਵੱਡੀ ਸੰਭਾਵਨਾ ਹੈ। ਅਸੀਂ ਬਹੁਤ ਸਮਝੌਤੇ ਖੇਤੀਬਾੜੀ ਯੂਨੀਵਰਸਿਟੀ ਨੇ ਕਿਸੇ ਸਮੇਂ ਕੀਤੇ, ਜਦੋਂ ਡਾਕਟਰ ਗੁਰਚਰਨ ਸਿੰਘ ਔਲਖ ਵਾਈਸ ਚਾਂਸਲਰ ਹੁੰਦੇ ਸੀ। ਮੋਜ਼ੰਬਿਕ ਵਰਗੀਆਂ ਜਿਹੜੀਆਂ ਕੰਟਰੀਜ਼ ਨੇ, ਉੱਥੋਂ ਦੇ ਜਿਹੜੇ ਐਕਸਪਰਟ ਨੇ ਸਾਡੇ ਆਉਂਦੇ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਜੀ ਭਾਰਤ ਸਰਕਾਰ ਨੇ ਮੋਜ਼ੰਬਿਕ ਦੇ ਨਾਲ ਦਾਲਾਂ ਦੀ ਖੇਤੀ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਨੇ ਪ੍ਰਯੋਗ ਕੀਤੇ, ਪਰ ਪੰਜਾਬ 'ਚ ਜਿਹੜਾ ਪ੍ਰਯੋਗ ਹੋ ਰਿਹਾ ਦਾਲਾਂ ਦਾ, ਇਹ ਹੋਰ ਅੱਗੇ ਵਧਣਾ ਚਾਹੀਦਾ। ਭਗਵੰਤ ਮਾਨ ਸਾਹਿਬ ਨੂੰ ਇਹਦੇ ਲਈ ਮੁਬਾਰਕਾਂ, ਇਹ ਚੰਗਾ ਉਹਨਾਂ ਨੇ ਕੰਮ ਕੀਤਾ। ਜਿੱਥੋਂ ਤੱਕ ਗੱਲ ਰਹਿ ਗਈ, ਤੁਸੀਂ ਗੱਲ ਕੀਤੀ ਬਿਜਲੀ ਵਾਲੀ ਵੀ, ਚੁਣੌਤੀਆਂ ਵਾਲੀ ਵੀ, ਮੈਂ ਇੱਕ ਬਿਜਲੀ ਵਾਲੀ ਗੱਲ ਵੀ ਕਰਦਾ ਨਾ। ਬਿਜਲੀ ਦਾ ਸੰਕਟ ਬਹੁਤ ਵੱਡਾ ਹੈ ਜੀ। ਔਰ ਤੁਸੀਂ ਦੇਖੋ ਪਿਛਲੇ 2-3 ਦਿਨਾਂ ਤੋਂ ਕੱਟ ਲੱਗਣ ਲੱਗ ਗਏ। ਮੈਂ ਆਪ 12 ਔਰ 13 ਜੂਨ ਦੀ ਰਾਤ ਨੂੰ ਮੈਂ ਲੁਧਿਆਣੇ ਸੀ ਹਰਜੋਤ ਜੀ। ਜੀ ਮੈਂ ਆਪ 2.5, 3, 4 ਘੰਟੇ ਦੇ ਕੱਟ ਦਾ ਸ਼ਿਕਾਰ ਹੋਇਆ, ਕਿਉਂਕਿ ਉਹ ਇਨਵਰਟਰ ਵੀ ਥੋੜੀ ਦੇਰ ਚੱਲ ਕੇ ਬੰਦ ਹੋ ਜਾਂਦਾ ਬਿਲਕੁਲ। ਤੇ ਬਿਜਲੀ ਤੋਂ ਬਿਨਾ ਬੜਾ ਔਖਾ ਹੈ। ਔਰ ਪੰਜਾਬ 'ਚ ਕਈ ਥਾਈਂ ਬਿਜਲੀ ਦੇ ਕੱਟ ਲੱਗ ਰਹੇ ਨੇ। ਇਹ ਭਗਵੰਤ ਮਾਨ ਸਾਹਿਬ ਨੇ ਕੱਲ ਟਵੀਟ ਵੀ ਕੀਤਾ ਵੀ ਅਸੀਂ ਕਿਸਾਨਾਂ ਨੂੰ 8 ਘੰਟੇ ਝੋਨੇ ਦੀ ਬਿਜਲੀ ਦੇਵਾਂਗੇ। 8 ਘੰਟੇ ਅਗਰ ਲਗਾਤਾਰ ਝੋਨੇ ਨੂੰ ਬਿਜਲੀ ਮਿਲ ਗਈ, ਇਹ ਚੰਗੀ ਗੱਲ ਹੈ, ਪਰ ਬਿਜਲੀ ਦੇ ਕੱਟਾਂ ਤੋਂ ਬਚਾਉਣ ਦੇ ਲਈ ਸਰਕਾਰ ਦੀ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਜਿਹੜੀ ਖਪਤ ਹੈ ਉਹ ਇੱਕ ਵਾਰ ਫੇਰ ਕਹਿੰਦੇ 10,000 ਮੈਗਾਵਾਟ ਤੋਂ ਪ੍ਰਤੀ ਦਿਨ ਤੋਂ ਜ਼ਿਆਦਾ ਹੋਗੀ। ਜੀ ਜੀ। ਔਰ ਇਸ ਕਰਕੇ ਇਸ ਵਕਤ ਫੇਰ ਚੁਣੌਤੀ ਹੈ। ਮੈਨੂੰ ਇਹ ਲੱਗਦਾ ਹੈ ਕਿ ਆਉਂਦੇ ਦਿਨਾਂ 'ਚ, ਕਿਉਂਕਿ ਤਾਪਮਾਨ ਵੀ ਬਹੁਤ ਜ਼ਿਆਦਾ ਹੈ, ਗਰਮੀ ਬਹੁਤ ਜ਼ਿਆਦਾ ਹੋਈ ਹੈ। ਅੱਜ ਸਥਿਤੀ ਇਹ ਹੈ ਕਿ ਦਿਨ ਦੇ ਸਮੇਂ ਜਦੋਂ ਅਸੀਂ ਕਿਸੇ ਦਫ਼ਤਰ 'ਚ ਜਾਂਦੇ ਹਾਂ ਤੇ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਏਸੀ ਚੱਲ ਰਿਹਾ। ਬਿਲਕੁਲ। ਇੰਨੀ ਜ਼ਿਆਦਾ ਗਰਮੀ ਹੈ, ਕਈ ਲੋਕਾਂ ਦੇ ਏਸੀ ਫੇਲ ਹੋ ਗਏ। ਸੋ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਹੈ, ਬਿਜਲੀ ਦੀ ਕਮੀ ਬਹੁਤ ਜ਼ਿਆਦਾ ਹੈ ਔਰ ਬਹੁਤ ਚੁਣੌਤੀ ਵਾਲਾ ਸਮਾਂ। ਮੈਨੂੰ ਡਰ ਹੈ ਕਿ ਆਉਂਦੇ ਦਿਨਾਂ 'ਚ ਪੰਜਾਬ ਨੂੰ ਫੇਰ ਕਈ ਦਿਨ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਇਸ ਪਾਸੇ ਭਗਵੰਤ ਮਾਨ ਜੀ ਨੂੰ ਧਿਆਨ ਦੇਣਾ ਚਾਹੀਦਾ। ਉਹਨਾਂ ਦਾ ਵਾਅਦਾ ਸੀ ਕਿ ਅਸੀਂ ਗਲਤ ਬਿਜਲੀ ਸਮਝੌਤੇ ਰੱਦ ਕਰਾਂਗੇ। ਜਿਹੜੇ ਉਸ ਪਾਸੇ ਭਗਵੰਤ ਮਾਨ ਜੀ ਦੀ ਕੋਈ ਕਾਰਗੁਜ਼ਾਰੀ ਦਿਖੀ ਨਹੀਂ ਮੈਨੂੰ, ਵੀ ਕੋਈ ਬਿਜਲੀ ਕੰਪਨੀਆਂ ਨਾਲ ਸਮਝੌਤੇ ਰੱਦ ਕੀਤੇ ਹੋਣ, ਕੋਈ ਗਲਤ ਸਮਝੌਤਾ ਕਰਨ ਵਾਲੇ ਅਫਸਰ ਅੰਦਰ ਕੀਤੇ ਹੋਣ, ਇਹ ਨਹੀਂ ਭਗਵੰਤ ਮਾਨ ਜੀ ਦਿਖਿਆ। ਇਹ ਤੁਹਾਡਾ ਬਹੁਤ ਵੱਡਾ ਵਾਅਦਾ ਸੀ, ਪਰ ਇਸ ਪਾਸੇ ਵੀ ਕੰਮ ਕਰੋ ਔਰ ਬਿਜਲੀ ਨੂੰ ਸੁਚਾਰੂ ਬਣਾਉਣ ਲਈ ਵੀ ਕੰਮ ਕਰੋ। ਜੀ ਬਿਲਕੁਲ, ਤੁਸੀਂ ਸਹੀ ਗੱਲ ਕਹੀ, ਕਿਉਂਕਿ ਜਿੱਥੇ ਅਗਰ ਇੱਕ ਪਾਸੇ ਝੋਨੇ ਦੀ ਲਵਾਈ ਦੇ ਲਈ 8 ਘੰਟੇ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ ਤਾਂ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਬਿਜਲੀ ਕੱਟਾਂ ਦੇ ਨਾਲ ਲੋਕ ਪਰੇਸ਼ਾਨ ਹੋਣਗੇ, ਤਾਂ ਵਾਕਈ ਸਵਾਲ ਕਈ ਖੜੇ ਹੋ ਜਾਣਗੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਉੱਪਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ, ਕਿਉਂਕਿ ਕਈ ਵਾਅਦੇ ਕੀਤੇ ਗਏ। ਹਾਂਜੀ ਬਿਲਕੁਲ, ਤੁਸੀਂ ਨਾਲ ਸਿੱਧੂ ਮੂਸੇਵਾਲੇ ਦਾ ਸਵਾਲ ਜੋੜਿਆ ਸੀ। ਦੇਖੋ, ਜਿਹੜਾ ਦਲਬੀਰ ਗੋਲਡੀ ਦੇ ਲਈ ਇੱਕ ਕੰਪੇਨ ਗੀਤ ਬਣਾਇਆ ਗਿਆ, ਅਰਵਿੰਦ ਕੇਜਰੀਵਾਲ ਤੇ ਵੀ ਬਣਦੇ ਸੀ, ਆਮ ਆਦਮੀ ਪਾਰਟੀ ਤੇ ਵੀ ਬਣਦੇ ਸੀ ਜੀ, ਤੇ ਭਗਵੰਤ ਮਾਨ ਤਾਂ ਆਪ ਨੱਚਦੇ ਸੀ ਦੱਬਦਾ ਕਿੱਥੇ ਆ ਕਾਰ ਤੇ ਚੜ ਕੇ। ਸੋ ਸੰਗਰੂਰ ਹੈ ਜਿਹੜਾ ਹਲਕਾ, ਉੱਥੇ ਇਹ ਪੁਰਾਣੀ ਪਰੰਪਰਾ ਰਹੀ ਹੈ ਭਗਵੰਤ ਮਾਨ ਦੇ ਸਮੇਂ ਤੋਂ। ਹੁਣ ਦਲਬੀਰ ਗੋਲਡੀ ਤੇ ਗਾਣਾ ਬਣਿਆ, ਉਹ ਗਾਣਾ ਸੁਣਨ ਨੂੰ ਉਹ ਵੀ ਬੜਾ ਚੰਗਾ ਲੱਗਦਾ। ਮੈਂ ਵੀ ਸੁਣਿਆ ਗਾਣਾ, ਉਹ ਪੂਰਾ ਨਹੀਂ ਸੁਣਿਆ, ਮੈਂ 5-7 17 ਸੁਣੀਆਂ। ਦਿਲ ਖਿੱਚਵੇਂ ਗਾਣਾ। ਅਕਸਰ ਜਿਹੜੇ ਕੰਪੇਨ ਗੀਤ ਹੁੰਦੇ ਨੇ ਉਹ ਦਿਲ ਖਿੱਚਵੇਂ ਬਣਦੇ ਨੇ। ਹੁਣ ਉਹਦੇ ਤੇ ਬਿਆਨ ਜਾਰੀ ਕੀਤਾ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਸੰਗਰੂਰ ਤੋਂ, ਗੁਰਮੇਲ ਸਿੰਘ ਜੀ ਵੱਲੋਂ ਵੀ। ਉਹਨਾਂ ਨੇ ਕਿਹਾ ਵੀ ਕਾਂਗਰਸ ਸਿੱਧੂ ਮੂਸੇਵਾਲੇ ਦੀ ਮੌਤ ਤੇ ਰਾਜਨੀਤੀ ਕਰ ਰਹੀ ਹੈ। ਅਸਲ 'ਚ ਕਾਂਗਰਸ ਨੇ ਉਸ ਗਾਣੇ 'ਚ ਲਾ ਐਂਡ ਆਰਡਰ ਦੇ ਮੁੱਦੇ ਨੂੰ ਚੱਕ ਲਿਆ। ਦੇਖੋ, ਦੋ ਗੱਲਾਂ ਹੁੰਦੀਆਂ ਨੇ, ਜਿਹੜੇ ਸਿੰਗਰ ਦਾ ਗਾਣਾ ਹਿੱਟ ਹੋ ਜੇ ਹਰਜੋਤ ਜੀ, ਉਹ ਰਾਤੋਂ ਰਾਤ ਸਟਾਰ ਬਣ ਜਾਂਦਾ ਹੈ। ਔਰ ਇਹ ਗੱਲ ਦੀ ਚਿੰਤਾ ਵੀ ਹੋਣੀ ਆਮ ਆਦਮੀ ਪਾਰਟੀ ਨੂੰ, ਅਕਾਲੀ ਦਲ ਨੂੰ, ਬੀਜੇਪੀ ਨੂੰ, ਵੀ ਕਿਤੇ ਜਿਹੜਾ ਦਲਬੀਰ ਗੋਲਡੀ ਦਾ ਕੰਪੇਨ ਸੌਂਗ ਹੈ ਉਹ ਹਿੱਟ ਨਾ ਹੋ ਜੇ। ਉਹ ਹਿੱਟ ਹੁੰਦਾ ਜਾਂ ਫੇਲ ਹੁੰਦਾ ਆਉਂਦੇ ਦਿਨਾਂ 'ਚ ਪਤਾ ਲੱਗੂਗਾ, ਜਿਵੇਂ ਉਹਦੇ ਵਿਊ ਪਤਾ ਲੱਗਣਗੇ ਸੋਸ਼ਲ ਮੀਡੀਆ ਤੇ। ਅੱਜ ਕੱਲ ਤਾਂ ਡਾਊਨਲੋਡ ਕਰਕੇ ਗਾਣਾ ਗਰੁੱਪਾਂ 'ਚ ਵੀ ਘੁੰਮਦਾ ਰਹਿੰਦਾ ਹੈ। ਸੋ ਉਹ ਗਾਣਾ ਅਗਰ ਹਿੱਟ ਹੋ ਗਿਆ ਤੇ ਡਰ ਹੈ ਸਾਰੀਆਂ ਪਾਰਟੀਆਂ ਨੂੰ ਵੀ ਜੇ ਉਹ ਗਾਣਾ ਹਿੱਟ ਹੋ ਗਿਆ ਤੇ ਉਹਦੇ ਨਾਲ ਉਹ ਮੁੱਦਾ ਜਿਹੜਾ ਉਹ ਐਸਟੈਬਲਿਸ਼ ਹੋ ਸਕਦਾ। ਉਹਦੇ 'ਚ ਲਾ ਐਂਡ ਆਰਡਰ ਦੀ ਗੱਲ ਵੀ ਕੀਤੀ ਗਈ ਹੈ। ਦਲਬੀਰ ਗੋਲਡੀ ਨੇ ਕੁਝ ਵਾਅਦੇ ਵਿਧਾਇਕ ਰਹਿੰਦੇ ਪੂਰੇ ਕੀਤੇ ਸੀ, ਉਹਨਾਂ ਦਾ ਜ਼ਿਕਰ ਕੀਤਾ ਗਿਆ ਔਰ ਦਲਬੀਰ ਗੋਲਡੀ ਨੂੰ ਗੋਲਡ ਦੱਸਿਆ ਗਿਆ, ਉਹ 'ਚ ਵੀ ਗੋਲਡ ਹੈ, ਸੋਹਣਾ ਮੁੰਡਾ, ਵੀ ਇਹਨੂੰ ਆਪਾਂ ਐਮਪੀ ਬਣਾਉਣਾ ਐਤਕੀ ਸੰਗਰੂਰ ਦਾ। ਦੇਖੋ, ਜਿਹੜੀ ਕੰਪੇਨ ਹੈ ਹੁਣ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਕੰਪੇਨ ਕੀ ਸੀ, ਇੱਕ ਮੌਕਾ ਆਪ ਕੋ, ਤੇ ਉਹ ਇੱਕ ਮੌਕਾ ਲੋਕਾਂ ਨੂੰ ਪਸੰਦ ਆ ਗਈ ਗੱਲ, ਉਹਨਾਂ ਨੇ ਇੱਕ ਮੌਕਾ ਦੇਤਾ।
ਹੁਣ ਵਿਰੋਧੀ ਪਾਰਟੀਆਂ ਨੂੰ ਚਿੰਤਾ ਹੈ ਵੀ ਜੇ ਲੋਕਾਂ ਨੇ ਮੰਨ ਲਿਆ ਵੀ ਦਲਬੀਰ ਗੋਲਡੀ ਗੋਲਡ ਹੈ ਤੇ ਫਿਰ ਗੋਲਡ ਨੂੰ ਤਾਂ ਕੋਈ ਨਹੀਂ ਛੱਡਦਾ। ਸੋ ਇਸ ਕਰਕੇ ਆਪ ਵਾਲਿਆਂ ਨੇ ਵੀ ਕਹਿੰਦੇ ਵੀ ਸਿੱਧੂ ਮੂਸੇਵਾਲੇ ਦੇ ਨਾਂ ਤੇ ਸਿਆਸਤ ਹੋ ਰਹੀ ਹੈ। ਉਸ ਗਾਣੇ 'ਚ ਦਲਬੀਰ ਗੋਲਡੀ ਵਾਲੇ 'ਚ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ। ਦੇਖੋ ਅਗਰ ਕਿਸਾਨੀ ਸੰਘਰਸ਼ ਹੋਇਆ ਤੇ ਸਾਡੇ ਗਾਇਕਾਂ ਨੇ ਗੀਤ ਗਾਏ, ਉਹਦੇ 'ਚ ਕਿਸਾਨੀ ਸੰਘਰਸ਼ ਦਿਖਾਇਆ ਗਿਆ। ਬਿਲਕੁਲ। ਤੇ ਜੇ ਲਾਅ ਐਂਡ ਆਰਡਰ ਦੀ ਗੱਲ ਹੋਊਗੀ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਸਿੱਧੂ ਮੂਸੇਵਾਲੇ ਦਾ ਜਾਣਾ ਲਾਅ ਐਂਡ ਆਰਡਰ ਤੇ ਤਾਂ ਸਵਾਲ ਖੜੇ ਕਰਦਾ, ਭਾਵੇਂ ਉਹਦੇ ਕੋਲੇ ਲੱਖ ਸਿਕਿਉਰਿਟੀ ਹੋਵੇ। ਹਰਜੋਤ ਜੀ ਇੱਕ ਗੱਲ ਹੈ, ਕਿਸੇ ਵਿਅਕਤੀ ਕੋਲੇ ਜਿੰਨੀ ਮਰਜ਼ੀ ਸਿਕਿਉਰਿਟੀ ਹੋਵੇ, ਕੀ ਅਸੀਂ ਇੰਨੇ ਅਸੁਰੱਖਿਅਤ ਆ ਵੀ ਜੇ ਕੁਝ ਕੁ ਦੇਰ ਲਈ ਸਾਡੇ ਨਾਲ ਸੁਰੱਖਿਆ ਨਹੀਂ ਹੋਊਗੀ ਤੇ ਸਾਡੇ ਨਾਲ ਉਹ ਭਾਣਾ ਵਾਪਰ ਜੂ। ਇਸ ਕਰਕੇ ਕਈ ਲੋਕ ਜਿਹੜੇ ਕਹਿੰਦੇ ਨੇ ਵੀ ਮੂਸੇਵਾਲੇ ਨੇ ਗਲਤ ਕੀਤਾ, ਉਹਦੇ ਨਾਲ 2 ਗਨਮੈਨ ਸੀ, ਉਹ ਵੀ ਨਹੀਂ ਨਾਲ ਲੈ ਕੇ ਗਿਆ। ਤੇ ਸਵਾਲ ਇਹ ਹੈ ਕਿ ਕੀ ਅਸੀਂ ਇੰਨੇ ਜ਼ਿਆਦਾ ਅਸੁਰੱਖਿਅਤ ਸੂਬੇ 'ਚ ਕਿ ਜਿਸ ਵਿਅਕਤੀ ਕੋਲ ਸਿਕਿਉਰਿਟੀ ਹੈ, ਅਗਰ ਕੁਝ ਦੇਰ ਲਈ ਉਹਦੇ ਨਾਲ ਸਿਕਿਉਰਿਟੀ ਨਹੀਂ ਹੋਊਗੀ ਤੇ ਉਹਦੀ ਜਾਨ ਖਤਰੇ 'ਚ ਪੈ ਜਾਊ, ਫਿਰ ਤਾਂ ਸੱਚਮੁੱਚ ਲਾਅ ਐਂਡ ਆਰਡਰ ਤੇ ਸਵਾਲ ਖੜਾ ਹੁੰਦਾ ਆਪਣੇ ਆਪ। ਸੋ ਇਸ ਕਰਕੇ ਇਹ ਮੁੱਦਾ ਬਣ ਗਿਆ ਸਿੱਧੂ ਮੂਸੇਵਾਲੇ ਦਾ ਦੁਨੀਆ ਤੋਂ ਜਾਣਾ। ਔਰ ਕਾਂਗਰਸ ਪਾਰਟੀ ਨਿਸ਼ਚਿਤ ਤੌਰ ਤੇ ਉਸ ਗੱਲ ਨੂੰ ਚੱਕ ਰਹੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਕਾਂਗਰਸ ਤੋਂ ਚੋਣ ਲੜਿਆ ਸੀ। ਜਾਂ ਤਾਂ ਸਿੱਧੂ ਮੂਸੇਵਾਲੇ ਉਸ ਤੋਂ ਬਾਅਦ ਐਲਾਨ ਕਰ ਦਿੰਦੇ ਵੀ ਮੈਂ ਕਾਂਗਰਸ ਪਾਰਟੀ ਛੱਡਦਾ। ਰਾਜਾ ਵੜਿੰਗ ਜੀ ਉਹਦੇ ਸੰਸਕਾਰ ਵੇਲੇ, ਉਹਦੇ ਭੋਗ ਵੇਲੇ ਰਾਜਾ ਵੜਿੰਗ ਜੀ, ਉਹਨਾਂ ਦੇ ਹੋਰ ਦੋਸਤ ਲਗਾਤਾਰ ਉੱਥੇ ਸਰਗਰਮ ਰਹੇ ਨੇ ਕਿਉਂਕਿ ਉਹ ਪਰਿਵਾਰ ਦੇ ਬਹੁਤ ਨੇੜੇ ਨੇ। ਇਸ ਕਰਕੇ ਗਾਣੇ 'ਚ ਵੀ ਉਹਨਾਂ ਨੇ ਤਸਵੀਰਾਂ ਪਾ ਲਈਆਂ, ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ। ਸੋ ਇਸ ਕਰਕੇ ਇਹ ਮੁੱਦਾ ਬਣ ਗਿਆ। ਹੁਣ ਵਿਰੋਧੀ ਇਸ ਗੱਲ ਤੋਂ ਨਾਰਾਜ਼ ਨੇ। ਹੋ ਸਕਦਾ ਆਉਂਦੇ ਸਮੇਂ 'ਚ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਦੀ ਕੋਈ ਸ਼ਿਕਾਇਤ ਦਿੱਤੀ ਜਾਵੇ। ਪਰ ਸੰਗਰੂਰ ਜ਼ਮਨੀ ਚੋਣ ਦਾ ਜਿਹੜਾ ਮੁਕਾਬਲਾ ਹੈ ਹਰਜੋਤ ਜੀ ਬਹੁਤ ਸਖਤ ਹੋ ਚੁੱਕਿਆ, ਬੜੀ ਫਸਵੀਂ ਟੱਕਰ ਹੈ। ਮੈਨੂੰ ਪਤਾ ਲੱਗਿਆ 15-16 ਉਮੀਦਵਾਰ ਨੇ, 15 ਲੱਖ ਤੋਂ 16 ਲੱਖ ਦੇ ਵਿੱਚ ਵੋਟਰ ਨੇ। ਬਹੁਤ ਫਸਵਾਂ ਮੁਕਾਬਲਾ ਹੈ ਹਰਜੋਤ ਜੀ ਸੰਗਰੂਰ ਜ਼ਮਨੀ ਚੋਣ। ਰੱਬ ਹੀ ਜਾਣਦਾ ਫੈਸਲਾ ਕੀ ਆਊਗਾ। ਹੁਣ ਕਈ ਲੋਕਾਂ ਨੂੰ ਲੱਗਦਾ ਹੈ ਕਿ ਡੱਲਾ ਜੀ ਤੁਸੀਂ ਐਵੇਂ ਹੀ ਕਹੀ ਜਾਂਦੇ ਹੋ, ਇਹ ਤਾਂ ਇੱਕ ਪਾਸੜ ਮੁਕਾਬਲਾ ਹੈ। ਸੋ ਵੋਟਰਾਂ ਦਾ ਜਿਹੜਾ ਰੁਝਾਨ ਹੈ, ਵੋਟਰਾਂ ਦਾ ਜਿਹੜਾ ਉਹਨਾਂ ਦੇ ਦਿਲ 'ਚ ਗੱਲ ਹੈ, ਉਹਨੂੰ ਪੜ੍ਹਨਾ ਬੜਾ ਔਖਾ ਹੈ। ਇਸ ਕਰਕੇ ਹੈਰਾਨੀਕੁੰਨ ਨਤੀਜਾ ਵੀ ਆ ਸਕਦਾ। ਇਹ ਵੀ ਹੋ ਸਕਦਾ ਹੈ, ਚਲੋ ਇਹ ਤਾਂ ਹੁਣ ਲੋਕ ਹੀ ਤੈਅ ਕਰਨਗੇ, ਮੈਂ ਆਪਣੀ ਟਿੱਪਣੀ ਨਹੀਂ ਕਰਦਾ ਜੀ। ਜੀ ਬਿਲਕੁਲ, ਕਿਉਂਕਿ ਕੁਝ ਮਹੀਨੇ ਪਹਿਲਾਂ ਤੱਕ ਅਗਰ ਗੱਲ ਕਰੀਏ ਤਾਂ ਇੱਕ ਪਾਸਾ ਜ਼ਰੂਰ ਦਿਖ ਰਿਹਾ ਸੀ, ਪਰ ਅੱਜ ਦੀ ਸਥਿਤੀ ਵਾਕਈ ਜੋ ਨਤੀਜੇ ਹੋਣਗੇ ਉਹ ਹਲੇ ਕੁਝ ਵੀ ਕਿਸੇ ਤਰ੍ਹਾਂ ਦਾ ਕਿਆਸ ਨਹੀਂ ਲਗਾਇਆ ਜਾ ਸਕਦਾ। ਸੋ ਸਿਆਸਤ ਹੈ ਜੋ ਪਲ ਪਲ ਆਪਣੀ ਤਸਵੀਰ ਬਦਲਦੀ ਰਹਿੰਦੀ ਹੈ, ਸਮੀਕਰਨ ਜੋ ਹੈ ਕਦੋਂ ਬਦਲ ਜਾਣ ਕੋਈ ਕੁਝ ਨਹੀਂ ਕਹਿ ਸਕਦਾ। ਸੋ ਬਹੁਤ ਬਹੁਤ ਧੰਨਵਾਦ। ਇਹ ਵੀ ਹੋ ਸਕਦਾ ਅਗਲੇ ਕੁਝ ਦਿਨਾਂ 'ਚ ਫੇਰ ਕੋਈ ਸਮੀਕਰਨ ਬਦਲ ਜਾਣ, ਸੋ ਕੁਝ ਵੀ ਹੋ ਸਕਦਾ। 23 ਜੂਨ ਹਜੇ ਦੂਰ ਹੈ, ਅੱਜ 14 ਤਰੀਕ ਹੋ ਗਈ। ਸੋ 23 ਜੂਨ ਨੂੰ ਵੋਟਾਂ ਨੇ, ਸੋ ਹਜੇ 8-9 ਦਿਨ 10 ਦਿਨ ਪਏ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਡੱਲਾ ਜੀ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਸਾਰੀ ਖਬਰਾਂ ਦੇ ਉੱਪਰ ਵਿਸਥਾਰ ਵਿੱਚ ਤੁਸੀਂ ਚਰਚਾ ਕੀਤੀ ਹੈ। ਤੇ ਆਪਣੇ ਦਰਸ਼ਕਾਂ ਦਾ ਵੀ ਹਰ ਵਾਰ ਧੰਨਵਾਦ ਕਰਦੇ, ਅੱਜ ਵੀ ਧੰਨਵਾਦ ਕਰਾਂਗੀ ਕਿ ਤੁਸੀਂ ਆਪਣੇ ਸੁਝਾਅ ਕਮੈਂਟਸ ਜ਼ਰੀਏ ਸਾਡੇ ਤੱਕ ਪਹੁੰਚਾਉਂਦੇ ਹੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਵੀ ਖਬਰਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਆਪਣੀ ਰਾਏ ਰੱਖਦੇ ਹੋ, ਕਿਸ ਤਰ੍ਹਾਂ ਦੇ ਆਪਣੇ ਸੁਝਾਅ ਰੱਖਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਰਸ਼ਕਾਂ ਦਾ। ਧੰਨਵਾਦ ਡੱਲਾ ਜੀ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ।